ਧੰਨ ਵਾਹਿਗੁਰੂ ਸਾਹਿਬ ਜੀਓ। ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ। ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੋ। ਤੂੰ ਠਾਕੁਰ ਊਚ ਭਗਵਾਨਾ। ਸੁਣੀ ਅਰਦਾਸ ਸੁਆਮੀ ਮੇਰਾ। ਸਰਬ ਕਲਾ ਬਣ ਆਈ। ਪ੍ਰਗਟ ਭਈ ਸਗਲੇ ਜੁਗ ਅੰਤਰ। ਗੁਰ ਨਾਨਕ ਕੀ ਵਡਿਆਈ। ਧੰਨ ਵਾਹਿਗੁਰੂ ਸਾਹਿਬ ਜੀਓ। ਗੌੜੀ ਮਹਿਲਾ ਪੰਜਵਾ। ਹਰ ਕੇ ਦਾਸ ਸਿਉ ਸਾਕਤ ਨਹੀਂ ਸੰਗ। ਓਹ ਬਿਖਈ ਓਸ ਰਾਮ ਕੋ ਰੰਗ। ਹਰ ਕੇ ਦਾਸ ਸਿਉ ਸਾਕਤ ਨਹੀਂ ਸੰਗ। ਓਹ ਬਿਖਈ ਓਸ ਰਾਮ ਕੋ ਰੰਗ। ਰਹਾਉ ਮਨ ਅਸਵਾਰ ਜੈਸੇ ਤੁਰੀ ਸ਼ਿੰਗਾਰੀ। ਜਿਉ ਕਾ ਪੁਰਖ ਪੁਚਾਰੈ ਨਾਰੀ। ਬੈਲ ਕਉ ਨੇਤਰਾ ਪਾਏ ਦੁਹਾਵੈ। ਗਊ ਚਰ ਸਿੰਘ ਪਾਛੈ ਪਾਵੈ। ਗਾਡਰ ਲੈ ਕਾਮ ਤੇਨ ਕਰ ਪੂਜੀ। ਸੌਦੇ ਕਉ ਧਾਵੈ ਬਿਨ ਪੂੰਜੀ। ਨਾਨਕ ਰਾਮ ਨਾਮ ਜਪ ਚੀਤ। ਸਿਮਰ ਸੁਆਮੀ ਹਰਿ ਸਾਮੀਤ। ਨਾਨਕ RAM ਨਾਮ ਜਪ ਚੀਤ
ਸਿਮਰ ਸੁਆਮੀ ਹਰ ਸਾਮੀਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਮੁਕੱਦਸ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਵਾਰਿਓ ਅਤੇ ਫਤਿਹ ਟੀਵੀ ਦੇ ਮਾਧਿਅਮ ਦੇ ਰਾਹੀਂ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਆਪਣੇ ਘਰਾਂ ਵਿੱਚ ਜੁੜ ਬੈਠ ਸਤਿਗੁਰਾਂ ਦੀ ਪਾਵਨ ਬਾਣੀ ਦਾ ਕੀਰਤਨ ਸਰਵਨ ਕਰ ਰਹੇ ਗੁਰੂ ਸਵਾਰੇ ਸਤ ਸੰਗੀ ਜਨੋ, ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਦੇ ਸਦਕਾ ਇਸ ਭਾਗ ਸਮਾਂ ਪ੍ਰਾਪਤ ਹੋਇਆ ਹੈ। ਬੜੇ ਹੀ ਪਿਆਰ ਸਹਿਤ ਆਪ ਜੀਆਂ ਨੇ ਗੁਰੂ ਸਵਾਰੇ ਕੀਰਤਨੀਆਂ ਦੇ ਪਾਸੋਂ ਆਸਾ ਦੀ ਵਾਰ ਦੇ ਕੀਰਤਨ ਸਰਵਨ ਕੀਤੇ ਨੇ। ਆਓ ਨਿਤਾ ਪ੍ਰਤੀ ਦੇ ਤਰ੍ਹਾਂ ਚੱਲ ਰਹੀ ਲੜੀਵਾਰ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਆਪਣੀਆਂ ਮਨ ਬਿਰਤੀਆਂ ਨੂੰ ਜੋੜਨ ਦਾ ਯਤਨ ਕਰੀਏ। ਕਰੋ ਕਿਰਪਾ ਸਮੁੱਚੀ ਸੰਗਤ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ ਦੇ ਕਥਨਾ ਮੁਤਾਬਕ ਆਪਣੇ ਧਿਆਨ ਨੂੰ ਮਨ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆ ਗੁਰੂ ਚਰਨਾਂ ਨਾਲ ਜੁੜਨ ਦਾ ਯਤਨ ਕਰੀਏ। ਪਾਵਨ ਸ਼ਬਦ ਦੇ ਵਿਚਾਰ ਆਰੰਭਣ ਤੋਂ ਪਹਿਲਾਂ ਸਾਰੀਆਂ ਹੀ ਸੰਗਤਾਂ ਰਸਨਾ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਅੱਜ ਦਾ ਵਿਚਾਰ ਅਧੀਨ ਪਾਵਨ ਸ਼ਬਦ ਗੌੜੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 198 ਦੇ ਉੱਪਰ ਸੁਭਾਇਮਾਨ ਹੈ। ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਵਚਨ ਗੌੜੀ ਮਹਿਲਾ ਪੰਜਵਾਂ। ਹਰ ਕੇ ਦਾਸ ਸਿਉ ਸਾਕਤ ਨਹੀਂ ਸੰਗ, ਉਹ ਬਿਖਈ ਉਸ ਰਾਮ ਕੋ ਰੰਗ। ਰਹਾਉ ਪਾਵਨ ਸ਼ਬਦ ਦੇ ਰਹਾਉ ਵਾਲੇ ਬੰਦ ਦੇ ਅੰਦਰ ਪੰਚਮ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਹੇ ਭਾਈ ਹਰੀ ਦੇ ਦਾਸ ਦਾ ਇੱਕ ਸਾਕਤ ਮਨੁੱਖ ਦੇ ਨਾਲ ਕੋਈ ਵੀ ਸੰਗ ਨਹੀਂ ਹੈ, ਕੋਈ ਵੀ ਮੇਲ ਨਹੀਂ ਬਣਦਾ। ਇਸ ਪਾਵਨ ਸ਼ਬਦ ਦੇ ਅੰਦਰ ਗੁਰਮੁਖ ਦੀ ਅਤੇ ਮਨਮੁਖ ਦੀ ਗੱਲ ਹਜ਼ੂਰ ਨੇ ਕੀਤੀ ਹੈ। ਇੱਕ ਮਨਮੁਖ ਬੰਦਾ, ਮਨ ਦੇ ਪਿੱਛੇ ਚੱਲਣ ਵਾਲਾ, ਦੁਨੀਆ ਦੇ ਰਸਾਂ ਕਸਾਂ ਵਿੱਚ ਫਸਿਆ ਹੋਇਆ ਹੈ। ਇੱਕ ਗੁਰਮੁਖ ਜਿਹੜਾ ਸਤਿਗੁਰੂ ਦੇ ਬਚਨਾਂ ਨੂੰ ਸਨਮੁਖ ਰੱਖ ਕੇ ਚੱਲਦਾ ਹੈ, ਉਹਦੀ ਗੱਲ ਹਜ਼ੂਰ ਨੇ ਕੀਤੀ। ਮਹਾਰਾਜ ਕਹਿਣ ਲੱਗੇ ਦੋਨਾਂ ਦਾ ਆਪਸ ਵਿੱਚ ਕੋਈ ਮੇਲ ਨਹੀਂ। ਹਰ ਕੇ ਦਾਸ ਸਿਉ ਸਾਕਤ ਨਹੀਂ ਸੰਗ। ਸੰਗ ਕਹਿੰਦੇ ਮੇਲ ਨੂੰ, ਕਹਿੰਦੇ ਗੁਰਮੁਖ ਦਾ
ਹਰੀ ਦੇ ਦਾਸ ਦਾ ਤੇ ਸਾਕਤ ਦਾ, ਰੱਬ ਤੋਂ ਟੁੱਟੇ ਹੋਏ ਦਾ ਆਪਸ ਵਿੱਚ ਕੋਈ ਮੇਲ ਨਹੀਂ। ਉਹ ਵਿਖਈ ਉਸ ਰਾਮ ਕੋ ਰੰਗ। ਕਹਿਣ ਲੱਗੇ ਸਾਕਤ ਬੰਦਾ ਵਿਸ਼ਈ ਹੈ, ਉਹ ਸੰਸਾਰ ਦੇ ਵਿਸ਼ਿਆਂ ਵਿੱਚ ਖਿੱਚਤ ਹੈ, ਉਹ ਸੰਸਾਰ ਦੀ ਵਾਸ਼ਨਾ ਦੇ ਵਿੱਚ ਰੁੱਝਿਆ ਹੋਇਆ ਹੈ। ਪਰ ਜਿਹੜਾ ਹਰੀ ਦਾ ਸੇਵਕ ਹੈ, ਉਸ ਰਾਮ ਕੋ ਰੰਗ, ਉਹਦੇ ਤੇ ਪਰਮੇਸ਼ਰ ਦੇ ਨਾਮ ਦਾ ਰੰਗ ਚੜਿਆ ਹੋਇਆ ਹੈ। ਇਸ ਕਰਕੇ ਦੋਨਾਂ ਦਾ ਆਪਸ ਵਿੱਚ ਕਦੇ ਮੇਲ ਨਹੀਂ ਹੋ ਸਕਦਾ, ਕੋਈ ਜੋੜ ਨਹੀਂ ਆਪਸ ਵਿੱਚ। ਪਵਿੱਤਰ ਬਾਣੀ ਦੇ ਵਿੱਚ ਆਪਾਂ ਬਚਨ ਪੜ੍ਹਦੇ ਹਾਂ, ਕਹਿਣ ਲੱਗੇ ਜਿਹੋ ਜਿਹਾ ਮਨੁੱਖ ਦਾ ਸੁਭਾਅ ਹੋਵੇ, ਜਿਹੋ ਜਿਹੇ ਮਨੁੱਖ ਦੀ ਵਿਚਾਰਧਾਰਾ ਹੋਵੇ, ਉਹੋ ਜਿਹਾ ਹੀ ਮਨੁੱਖ ਆਪਣੀ ਸੰਗਤ ਭਾਲਦਾ ਹੈ। ਬੜੇ ਪਿਆਰੇ ਬਚਨ ਨੇ ਸਤਿਗੁਰਾਂ ਦੇ। ਮਹਾਰਾਜ ਕਹਿਣ ਲੱਗੇ ਤੁਰਦੇ ਕੋ ਤੁਰਦਾ ਮਿਲੇ। ਕੀੜੀ ਤੋਂ ਲੈ ਕੇ ਹਾਥੀ ਤੱਕ ਜਿਹੜੇ ਜਾਨਵਰ, ਜੀਵ, ਪੰਛੀ, ਜੰਤੂ ਤੁਰਦੇ ਨੇ, ਉਹ ਆਪਣਾ ਸਾਥ ਉਹਨਾਂ ਦੇ ਨਾਲ ਹੀ ਕਰਦੇ ਜਿਹੜੇ ਤੁਰ ਕੇ ਜਾ ਰਹੇ ਨੇ। ਇੱਕ ਬੰਦਾ ਪੈਦਲ ਜਾ ਰਿਹਾ ਹੋਵੇ ਤੇ ਉਹ ਪੈਦਲ ਚੱਲਣ ਵਾਲਿਆਂ ਨੂੰ ਆਪਣਾ ਸਾਥੀ ਬਣਾਏਗਾ। ਮਹਾਰਾਜ ਕਹਿੰਦੇ ਤੁਰਦੇ ਕੋ ਤੁਰਦਾ ਮਿਲੇ, ਉੜਤੇ ਕੋ ਉੜਤਾ। ਤੇ ਜਿਹੜਾ ਉੱਡ ਕੇ ਜਾ ਰਿਹਾ ਏ, ਉਹ ਹੋਰਨਾਂ ਉੱਡਣ ਵਾਲਿਆਂ ਦੇ ਨਾਲ ਸਾਥ ਕਰਦਾ ਹੈ। ਹੁਣ ਜਿਹਨੇ ਬੱਸ ਤੇ ਜਾਣਾ, ਉਹ ਲੱਭੇਗਾ ਕਿ ਕੋਈ ਸਾਥੀ ਮਿਲ ਜਾਏ ਜਿਹੜਾ ਬੱਸ ਤੇ ਮੇਰੇ ਨਾਲ ਸਫ਼ਰ ਕਰਨ ਵਾਲਾ ਹੋਵੇ। ਜਿਹਨੇ ਹੁਣ ਜਹਾਜ਼ ਤੇ ਚੜ੍ਹ ਕੇ ਜਾਣਾ ਹੈ, ਫਲਾਈਟ ਲੈ ਕੇ, ਉਹ ਫਿਰ ਆਪਣਾ ਉਸ ਤਰ੍ਹਾਂ ਦਾ ਕੋਈ ਸਾਥੀ ਲੱਭਦਾ ਜਿਹੜਾ ਮੇਰੇ ਨਾਲ ਸਾਥ ਕਰੇ। ਕਹਿਣ ਲੱਗੇ ਉੱਡਣ ਵਾਲੇ ਉੱਡਦਿਆਂ ਦਾ ਸਾਥ ਕਰਦੇ ਨੇ। ਜੀਵਤੇ ਕੋ ਜੀਵਤਾ ਮਿਲੇ, ਮੂਏ ਕੋ ਮੂਆ। ਇੱਥੇ ਜਿਉਂਦੇ ਦੀ ਗੱਲ ਹੈ, ਜਿਹੜਾ ਆਤਮਿਕ ਤੌਰ ਤੇ ਜਿਉਂਦਾ ਹੈ, ਜਿਸ ਦੀ ਜ਼ਮੀਰ ਜਾਗਦੀ ਹੈ, ਉਹ ਜਾਗਦੀ ਜ਼ਮੀਰਾਂ ਵਾਲੇ ਇਨਸਾਨਾਂ ਦੇ ਕੋਲ ਬਹਿੰਦਾ ਏ। ਇੱਕ ਬੰਦਾ ਮਰੀ ਜ਼ਮੀਰ ਵਾਲਾ, ਕਹਿੰਦੇ ਜਿਹਦੀ ਜ਼ਮੀਰ ਮਰੀ ਹੋਈ ਹੈ, ਉਹ ਮਰੀਆਂ ਜ਼ਮੀਰਾਂ ਵਾਲੇ ਲੋਕਾਂ ਦੇ ਨਾਲ ਸਾਥ ਕਰਦਾ ਹੈ। ਇਹ ਫਿਤਰਤ ਹੈ ਮਨੁੱਖ ਦੀ। ਹੁਣ ਇੱਕ ਪਾਸੇ ਗੁਰਮੁਖ ਬੰਦਾ, ਇੱਕ ਪਾਸੇ ਸਾਕਤ ਮਨਮੁਖ। ਇਹਨਾਂ ਦੇ ਦੋਨਾਂ ਦੇ ਜੀਵਨ ਵਿੱਚ ਬਹੁਤ ਵੱਡਾ ਅੰਤਰ ਹੈ, ਬਹੁਤ ਵੱਡਾ ਫਰਕ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੈਂਕੜੇ ਹਜ਼ਾਰਾਂ ਉਦਾਹਰਨਾਂ ਮਹਾਰਾਜ ਨੇ ਦੇ ਕੇ ਸਮਝਾਇਆ। ਮਨਮੁਖ ਦੇ ਜੀਵਨ ਦੀ ਗੱਲ ਕੀਤੀ, ਨਾਲ ਗੁਰਮੁਖ ਦੇ ਜੀਵਨ ਦੀ ਗੱਲ ਕੀਤੀ। ਸਤਿਗੁਰੂ ਗੁਰਮੁਖ ਨੂੰ ਹੰਸ ਕਹਿੰਦੇ ਨੇ, ਹੰਸ, ਤੇ ਮਨਮੁਖ ਨੂੰ ਬਗਲਾ ਆਖਿਆ। ਹੁਣ ਬਗਲੇ ਦਾ ਤੇ ਹੰਸਾਂ ਦਾ ਬਹੁਤ ਅੰਤਰ ਹੈ। ਇਸ ਕਰਕੇ ਜੇ ਕੋਈ ਬਗਲਾ ਜਾ ਕੇ ਹੰਸਾਂ ਦੇ ਵਿੱਚ ਬਹਿ ਵੀ ਜਾਵੇ ਤਾਂ ਹੰਸਾਂ ਦੇ ਵਿੱਚ ਬੈਠਾ ਹੰਸ ਨਹੀਂ ਬਣਦਾ, ਉਹ ਬਗਲਾ ਹੀ ਰਹਿੰਦਾ ਹੈ। ਕਿਉਂ? ਕਿਉਂਕਿ ਉਹਦੀ ਬਿਰਤੀ ਹੀ ਬਗਲੇ ਵਾਲੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਹੰਸਾਂ ਵਿੱਚ ਬੈਠਾ ਬੱਗ ਨਾ ਬਣਈ, ਨਹੀਂ ਤੇ ਬੈਠਾ ਮੱਛੀ ਨੂੰ ਤਾਰ ਲਾਵੇ। ਕਹਿੰਦੇ ਬਗਲਾ ਹੰਸਾਂ ਵਿੱਚ ਜਾ ਕੇ ਬਹਿ ਤਾਂ ਗਿਆ, ਪਰ ਉਹ ਹੰਸ ਬਣ ਨਹੀਂ ਸਕਿਆ, ਬਗਲਾ ਹੀ ਰਿਹਾ, ਕਿਉਂਕਿ ਉੱਥੇ ਬਹਿ ਕੇ ਉਹਦਾ ਧਿਆਨ ਮੱਛੀਆਂ ਵੱਲ ਹੀ ਸੀ। ਇਹ ਫਰਕ ਹੈ। ਕਿਤੇ ਹਜ਼ੂਰ ਨੇ ਮਨਮੁਖ ਬੰਦੇ ਦੀ ਉਦਾਹਰਨ ਬਗਲੇ ਨਾਲ ਦਿੱਤੀ ਹੈ, ਕਿਤੇ ਕਾਂ ਨਾਲ ਦਿੱਤੀ ਹੈ, ਕਿਉਂਕਿ ਕਾਂ ਦਾ ਸੁਭਾਅ ਵੀ ਗੰਦਗੀ ਵਿੱਚ ਚੁੰਝਾਂ ਮਾਰਨੀਆਂ। ਕਿਤੇ ਸਤਿਗੁਰੂ ਨੇ ਸਾਕਤ ਬੰਦੇ ਦੀ ਗੱਲ ਕਰਦਿਆਂ ਮੱਖੀ ਦੀ ਗੱਲ ਕੀਤੀ, ਮੱਖੀ ਦੀ। ਬਾਬਾ ਕਬੀਰ ਸਾਹਿਬ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ। ਕਬੀਰ ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰ ਹਰੈ, ਜਹਾਂ ਬਿਗੰਧ ਤਹਾਂ ਜਾਏ। ਕਹਿੰਦੇ ਜਿਹੜਾ ਸਾਕਤ ਬੰਦਾ ਹੈ, ਰੱਬ ਤੋਂ ਟੁੱਟਿਆ ਹੋਇਆ, ਉਹਨੂੰ ਹਰੀ ਦੇ ਘਰ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ।
हरि परमेश्वर की पूजा उन्होंने शोभदी नहीं, चंगी नहीं लगती। कबीर पापी भगत ना भावे, भगती की गल तो सुनेगा ही नहीं, भगती करनी तो एक पासे रह गई। कहते उसकी हालत मक्खी वाली है। हुण मक्खी का सुभाव की है? मक्खियां भी कई प्रकार दियां ने। एक मक्खियां वो भी ने जड़ियां फुल्लां ते बह के मकरंद विचों रस लैंदियां ने, शहद वालियां मक्खियां। पर जिहड़ी मक्खी की गल साहब ने कीती, ये मक्खी है जिहड़ी गंदगी ते बहिंदी है। माखी चंदन पर हरै, जहां बिगंध तहां जाए। कहते चंदन आदक सुगंधी वाले कीमती पदार्थ रख दो, मक्खी नहीं बैठेगी उत्थे। जे मक्खी वेखनी होवे ते गंदगी ते मिल जाएगी। जिथे गंदगी दे ढेर होण उत्थे मक्खियां भिणकदियां ने। माखी चंदन पर हरे, जहां बिगंध तहां जाए। जिथे दुर्गंधी आ रही है, गंदगी होवे, उत्थे मक्खियां मिलदियां ने। कहंदे साकत बंदा भी ऐसा है, ਉਹਦਾ ਗੁਰਮੁਖ ਨਾਲ ਮੇਲ ਕੋਈ ਨਹੀਂ। ਗੁਰਮੁਖ ਨਾਲ ਮੇਲ ਨਹੀਂ ਉਹਦਾ, ਕਿਉਂਕਿ ਗੁਰਮੁਖ ਜਿਹੜਾ ਹੈ ਉਹ ਹੰਸ ਹੈ। ਤੇ ਹੰਸ ਕਿੱਥੇ ਹੁੰਦੇ? ਮਾਨ ਸਰੋਵਰ ਤੇ। ਇਸ ਕਰਕੇ ਗੁਰਮੁਖ ਜਿਹੜੇ ਨੇ ਉਹ ਗੁਰੂ ਕੇ ਚਰਨਾਂ ਵਿੱਚ ਤੁਹਾਨੂੰ ਮਿਲਣਗੇ, ਸਤ ਸੰਗਤ ਵਿੱਚ ਮਿਲਣਗੇ। ਤੇ ਬਗਲਿਆਂ ਦੀ ਨਿਆਈ ਮਨਮੁਖ ਬੰਦੇ ਛੱਪੜਾਂ ਤੇ ਭਟਕਦੇ ਤੁਹਾਨੂੰ ਨਜ਼ਰ ਆਉਣਗੇ। मेल कोई नहीं आपस दे विच। हर के दास स्यों साकत नहीं संग, ओ बिखई उस राम को रंग। परमेश्वर दा सेवक ते नाम रंग दे विच भिजा होया, उहदे ते नाम रंग चढ़िया होया। पर जिहड़ा साकत बंदा, विषयी बंदा, विषयां दे विच रसां कसां विच लपटिया होया, ਉਹਦਾ ਧਿਆਨ ਵਿਸ਼ੇ ਵਿਕਾਰਾਂ ਵਿੱਚ ਹੀ ਰਹਿੰਦਾ ਹੈ। ਭਾਈ ਗੁਰਦਾਸ ਜੀ ਨੇ ਗੱਲ ਕੀਤੀ ਗੁਰਮੁਖ ਦੀ ਤੇ ਨਾਲ ਗੱਲ ਕੀਤੀ ਮਨਮੁਖ ਦੀ। ਕਹਿੰਦੇ ਗੁਰਮੁਖ ਦਾ ਜੀਵਨ ਕੈਸਾ ਹੈ, ਮਨਮੁਖ ਦਾ ਜੀਵਨ ਕੈਸਾ ਹੈ, ਕਿੰਨਾ ਕੁ ਅੰਤਰ ਦੋਨਾਂ ਦੇ ਵਿੱਚ। ਇੱਕ ਪੌੜੀ ਦੇ ਵਿੱਚ ਗੁਰਮੁਖ ਦੀ ਗੱਲ ਕੀਤੀ ਹੈ। ਹੁਣ ਦੋਨਾਂ ਦਾ ਮੇਲ ਆਪਸ ਵਿੱਚ ਕਿਉਂ ਨਹੀਂ ਬਣਦਾ? ਕਿਉਂਕਿ ਫਰਕ ਬੜਾ ਹੈ, ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਜ਼ਮੀਨ ਅਸਮਾਨ ਦਾ ਫਰਕ। ਜ਼ਮੀਨ ਅਸਮਾਨ ਜਿੰਨਾ ਫਰਕ ਹੈ ਗੁਰਮੁਖ ਦੇ ਜੀਵਨ ਵਿੱਚ ਅਤੇ ਮਨਮੁਖ ਦੇ ਜੀਵਨ ਵਿੱਚ। ਗੁਰਮੁਖ ਦੀ ਗੱਲ ਕਰਦੇ ਆ, ਭਾਈ ਸਾਹਿਬ ਕਹਿੰਦੇ ਨੇ ਹਉ ਤਿਸ ਕੋਲ ਕੁਮਾਇਆ, ਗੁਰਮਤਿ ਹਿਰਦੈ ਗਰੀਬੀ ਆਵੈ। ਇਹ ਗੁਰਮੁਖ ਦੀ ਪਹਿਲੀ ਨਿਸ਼ਾਨੀ ਹੈ। ਗੁਰਮੁਖ ਦੇ ਪੱਲੇ ਗੁਰੂ ਦੀ ਮੱਤ ਹੋਵੇਗੀ, ਉਹਦੇ ਹਿਰਦੇ ਵਿੱਚ ਗਰੀਬੀ ਹੋਵੇਗੀ, ਨਿਮਰਤਾ ਦਾ ਧਾਰਨੀ ਹੋਏਗਾ। ਤੇ ਨਾਲ ਨਾਲ ਤੁਲਨਾ ਕਰੀ ਜਾਇਓ ਮਨਮੁਖ ਬੰਦੇ ਦੀ। ਹੁਣ ਮਨਮੁਖ ਬੰਦੇ ਦੇ ਪੱਲੇ ਗੁਰੂ ਦੀ ਮੱਤ ਨਹੀਂ, ਇਸ ਕਰਕੇ ਮਨਮੁਖ ਦੇ ਜੀਵਨ ਵਿੱਚ ਨਿਮਰਤਾ ਦੀ ਥਾਵੇਂ ਹੰਕਾਰ ਭਰਿਆ ਹੋਇਆ ਹੈ। ਉਹ ਹੰਕਾਰ ਵਿੱਚ ਹੀ ਬੋਲਦਾ ਹੈ। ਹਉ ਤਿਸ ਕੋਲ ਘੁਮਾਇਆ, ਗੁਰਮਤਿ ਹਿਰਦੈ ਗਰੀਬੀ ਆਵੈ। ਫਿਰ ਗੁਰਮੁਖ ਦੀ ਗੱਲ ਕਰਦੇ ਆ, ਭਾਈ ਸਾਹਿਬ ਕਹਿੰਦੇ ਹਉ ਤਿਸ ਕੋਲ ਘੁਮਾਇਆ, ਪਰ ਨਾਰੀ ਦੇ ਨੇੜ ਨਾ ਜਾਵੇ। ਪਰਾਈ ਇਸਤਰੀ ਦੇ ਨੇੜੇ ਨਹੀਂ ਜਾਂਦਾ। ਭਾਵ ਵਾਸ਼ਨਾਵਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਦਾ ਹੈ। ਪਰ ਦੂਜੇ ਪਾਸੇ ਮਨਮੁਖ ਬੰਦਾ ਕੀ ਕਰਦਾ? ਦੇ ਕਿਵਾੜ ਅਨਕ ਪੜਦੇ ਮੈਂ ਪਰਦਾਰਾ ਸੰਗ ਫਾਕੈ। ਕਹਿੰਦੇ ਲੰਪਟ ਵਿਸ਼ਈ ਹੋ ਚੁੱਕਾ ਹੈ। ਉਹ ਦੁਨੀਆ ਤੋਂ ਓਲੇ ਕਰ ਕਰਕੇ, ਪੜਦੇ ਕਰ ਕਰਕੇ ਉਹ ਪਰਾਈਆਂ ਇਸਤਰੀਆਂ ਦੇ ਨਾਲ ਵਿਸ਼ੇ ਵਿਕਾਰ ਭੋਗਦਾ ਹੈ। ਪਰ ਗੁਰਮੁਖ ਜਿਹੜਾ ਹੈ ਉਹ ਪਰ ਨਾਰੀ ਦੇ ਨੇੜ ਨਾ ਜਾਵੇ। ਫਿਰ ਭਾਈ ਸਾਹਿਬ ਅੱਗੇ ਕਹਿੰਦੇ ਨੇ, ਕਹਿੰਦੇ ਗੁਰਮੁਖ ਦੇ ਜੀਵਨ ਨੂੰ ਵੇਖੋ, ਹਉ ਤਿਸ ਕੋਲ ਘੁਮਾਇਆ, ਪਰ ਦਰਬੈ ਨੂੰ ਹੱਥ ਨਾ ਲਾਵੇ। ਦਰਬ ਕਹਿੰਦੇ ਧਨ ਨੂੰ।
ਕਹਿੰਦੇ ਗੁਰਮੁਖ ਦੇ ਜੀਵਨ ਵਿੱਚ ਇਮਾਨਦਾਰੀ ਏ, ਉਹ ਪਰਾਏ ਧਨ ਨੂੰ ਹੱਥ ਨਹੀਂ ਲਾਉਂਦਾ। ਉਹ ਸਮਝਦਾ ਇਹਦੇ ਤੇ ਮੇਰਾ ਹੱਕ ਨਹੀਂ ਹੈ, ਇਹ ਕਿਸੇ ਦੀ ਇਮਾਨਤ ਹੈ। ਪਰ ਮਨਮੁਖ ਬੰਦਾ ਉਹ ਕੀ ਕਰਦਾ ਹੈ? ਗੁਰੂ ਸਾਹਿਬ ਕਹਿੰਦੇ ਅਸੰਖ ਚੋਰ ਹਰਾਮ ਖੋਰ। ਮਨਮੁਖ ਬੰਦਾ ਚੋਰ ਤੇ ਹਰਾਮ ਖੋਰ ਬਣ ਗਿਆ। ਧਨ ਦੇ ਪਿੱਛੇ ਕਿਸੇ ਦਾ ਗਲ ਵੱਢਣ ਤੋਂ ਵੀ ਗੁਰੇਜ਼ ਨਹੀਂ ਕਰਦਾ, ਮਾਰ ਦਿੰਦਾ ਬੰਦਿਆਂ ਨੂੰ, ਧਨ ਦੇ ਲਾਲਚ ਵਿੱਚ ਆ ਕੇ ਲੁੱਟ ਲੈਂਦਾ। ਆ ਮੈਂ ਵੀਡੀਓ ਦੇਖ ਰਿਹਾ ਸੀ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਇੱਕ ਸਿੱਖ ਗੁਰੂ ਕਾ ਕੀਰਤਨੀਆ, ਉਹ ਆਪਣੀ ਸੇਵਾ ਨਿਭਾ ਕੇ ਜਦੋਂ ਘਰ ਨੂੰ ਜਾ ਰਿਹਾ ਤੇ ਰਾਹ ਵਿੱਚ ਜਾਂਦਿਆਂ ਉਹਨੂੰ ਲੁੱਟ ਲਿਆ ਲੁਟੇਰਿਆਂ ਨੇ। ਮੋਬਾਈਲ ਖੋਹ ਲਏ, ਪੈਸੇ ਖੋਹ ਲਏ, ਹੋਰ ਕੀਮਤੀ ਸਮਾਨ ਖੋਹ ਲਿਆ। ਤੋ ਜੇ ਤੁਸੀਂ ਪੈਸੇ ਰੁਪਏ ਕੀਮਤੀ ਸਮਾਨ ਬਚਾਉਣ ਦੀ ਕੋਸ਼ਿਸ਼ ਕਰੋਗੇ, ਤੁਹਾਡੀ ਉਹ ਜਾਨ ਵੀ ਲੈ ਸਕਦੇ ਨੇ। ਸਖਤ ਬੰਦੇ ਉਹ ਤੁਹਾਡੀ ਜਾਨ ਵੀ ਲੈ ਸਕਦੇ ਧਨ ਦੇ ਕਰਕੇ। ਇੰਨਾ ਲੋਭ ਉਹਨਾਂ ਤੇ ਹਾਵੀ ਹੋ ਚੁੱਕਾ ਹੈ। ਤੇ ਭਾਈ ਸਾਹਿਬ ਕਹਿਣ ਲੱਗੇ, ਮੈਂ ਕੁਰਬਾਨ ਜਾਂਦਾ ਗੁਰਸਿੱਖਾਂ ਤੋਂ, ਜਿਹੜੇ ਪਰਾਏ ਧਨ ਨੂੰ ਹੱਥ ਨਹੀਂ ਲਾਉਂਦੇ। ਦੂਜੇ ਪਾਸੇ ਸਾਖਤ ਬੰਦਾ ਉਹ ਪਰਾਇਆ ਧਨ ਹੜੱਪਣ ਵਾਸਤੇ ਝੂਠ ਵੀ ਬੋਲੇਗਾ, ਹਰਾਮਖੋਰੀ ਵੀ ਕਰੇਗਾ, ਨਮਕ ਹਰਾਮੀ ਵੀ ਕਰੇਗਾ, ਕਿਸੇ ਦਾ ਕਤਲ ਕਰਨ ਤੋਂ ਵੀ ਪਰਹੇਜ਼ ਨਹੀਂ ਕਰਦਾ। ਹੁਣ ਇੰਨਾ ਫਰਕ ਦੋਨਾਂ ਦੇ ਵਿੱਚ ਮੇਲ ਕਿਵੇਂ ਬਣੇ? ਫਿਰ ਭਾਈ ਸਾਹਿਬ ਨੇ ਅਗਲੀ ਉਦਾਹਰਨ ਦਿੱਤੀ। ਕਹਿਣ ਲੱਗੇ, ਹਾਂ ਤਿਸ ਕੋਲ ਘੁਮਾਇਆ, ਪਰ ਨਿੰਦਾ ਸੁਣ ਆਪ ਹਟਾਵੇ। ਕਹਿੰਦੇ ਨਿੰਦਕਾਂ ਦਾ ਕੰਮ ਨਿੰਦਿਆ ਕਰੀ ਜਾਣੀ, ਪਰ ਗੁਰਸਿੱਖ ਆਪਣੇ ਆਪ ਨੂੰ ਉਧਰੋਂ ਮੋੜ ਲੈਂਦਾ ਕਿ ਨਿੰਦਾ ਕਰਨੀ ਜਾਂ ਸੁਣਨੀ ਮੇਰਾ ਕੰਮ ਨਹੀਂ ਹੈ। ਜੇ ਕੋਈ ਨਿੰਦਕ ਬੰਦਾ ਨਿੰਦਾ ਕਰੀ ਵੀ ਜਾਂਦਾ ਤੇ ਮਨਮੁਖ ਬੰਦਾ ਉਧਰੋਂ ਆਪਣੇ ਆਪ ਨੂੰ ਹਟਾ ਲੈਂਦਾ ਹੈ, ਮੋੜ ਲੈਂਦਾ ਹੈ। ਪਰ ਮਨਮੁਖ ਕੀ ਕਰਦੇ ਨੇ? ਅਸੰਖ ਨਿੰਦਕ ਸਿਰ ਕਰੇ ਭਾਰ। ਭਾਰ ਕਹਿੰਦੇ ਪੰਡਾਂ ਬੰਨ ਲੈਣੀਆਂ। ਕਹਿੰਦੇ ਮਨਮੁਖ ਬੰਦੇ ਤਾਂ ਨਿੰਦਾ ਕਰ ਕਰਕੇ ਪੰਡਾਂ ਬੰਨੀ ਫਿਰਦੇ, ਸਿਰ ਤੇ ਚੁੱਕੀ ਫਿਰਦੇ ਨੇ ਪੰਡਾਂ, ਨਿੰਦਿਆ ਕਰਦੇ ਤੇ ਸੁਣਦੇ ਨੇ। ਇਹ ਮਨਮੁਖ ਦੀ ਨਿਸ਼ਾਨੀ ਹੈ। ਹੁਣ ਦੋਵਾਂ ਦਾ ਮੇਲ ਕਿਵੇਂ ਬਣੇ? ਇੱਕ ਨਿੰਦਿਆ ਸੁਣ ਕੇ ਉਧਰੋਂ ਆਪਣੇ ਆਪ ਨੂੰ ਮੋੜ ਲਿਆ, ਪਰ ਇੱਕ ਜਾ ਕੇ ਨਿੰਦਾ ਵਿੱਚ ਖਚਿਤ ਹੋ ਗਿਆ, ਨਿੰਦਾ ਦੀਆਂ ਪੰਡਾਂ ਸਿਰ ਤੇ ਬੰਨ ਕੇ ਧਰ ਲਈਆਂ। ਇਸ ਕਰਕੇ ਮੇਲ ਦੋਨਾਂ ਦਾ ਕੋਈ ਨਹੀਂ, ਗੁਰਮੁਖ ਤੇ ਮਨਮੁਖ ਦਾ। ਫਿਰ ਭਾਈ ਸਾਹਿਬ ਕਹਿੰਦੇ, ਹਾਂ ਤਿਸ ਕੋਲ ਘੁਮਾਇਆ, ਸਤਿਗੁਰ ਕਾ ਉਪਦੇਸ਼ ਕਮਾਵੇ। ਕਹਿੰਦੇ ਗੁਰਮੁਖ ਜਿਹੜਾ ਗੁਰੂ ਦੇ ਉਪਦੇਸ਼ ਨੂੰ ਕਮਾਉਂਦਾ ਹੈ, ਜੋ ਗੁਰੂ ਨੇ ਕਿਹਾ ਉਹਨੂੰ ਭਲਾ ਕਰਕੇ ਸਤ ਕਰਕੇ ਮੰਨ ਲੈਂਦਾ ਹੈ। ਜੋ ਗੁਰ ਕਹੈ, ਜੋ ਗੁਰੂ ਨੇ ਕਹਿ ਦਿੱਤਾ ਉਹਨੂੰ ਸਤ ਕਰਕੇ ਸੀਸ ਝੁਕਾ ਕੇ ਮੰਨਿਆ। ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਭਲਾ ਕਰ ਮਾਨੋ, ਹਰ ਹਰ ਕਥਾ ਨਿਰਾਲੀ। ਪਰ ਮਨਮੁਖ ਬੰਦਾ ਉਹਨੇ ਗੁਰੂ ਦਾ ਹੁਕਮ ਕੀ ਮੰਨਣਾ ਸੀ? ਗੁਰੂ ਦਾ ਹੁਕਮ ਸੁਣਦਾ ਤੱਕ ਹੀ ਨਹੀਂ, ਸੁਣਦਾ ਹੀ ਨਹੀਂ, ਧਿਆਨ ਹੀ ਨਹੀਂ ਦਿੰਦਾ। ਤੇ ਮਨਮੁਖ ਬੰਦਾ ਜੇ ਸੰਗਤ ਵਿੱਚ ਵੀ ਆ ਜਾਏ ਤੇ ਉੱਥੇ ਵੀ ਟਿਕ ਕੇ ਨਹੀਂ ਬਹਿੰਦਾ, ਬਹਿੰਦਾ ਨਹੀਂ। ਇਹ ਬਾਣੀ ਦਾ ਵਚਨ ਹੈ, ਆਪਾਂ ਵਿਚਾਰਾਂਗੇ ਇਸ ਵਚਨ ਨੂੰ। ਮਨਮੁਖ ਬੰਦਾ ਗੁਰੂ ਦਾ ਉਪਦੇਸ਼ ਸੁਣਦਾ ਹੀ ਨਹੀਂ। ਭਾਈ ਗੁਰਦਾਸ ਕਹਿੰਦੇ ਗੁਰਮੁਖ ਜਿਹੜਾ ਹੈ ਉਪਦੇਸ਼ ਨੂੰ ਸੁਣਦਾ ਹੈ, ਕਮਾਉਂਦਾ ਹੈ। ਗੁਰਮੁਖ ਸੋਈ ਸਹਿਜ ਸਮਾਵੇ। ਇਸ ਕਰਕੇ ਗੁਰਮੁਖ ਦੇ ਜੀਵਨ ਵਿੱਚ ਸਹਿਜ ਹੈ, ਸਹਿਜ ਉਹਦੇ ਜੀਵਨ ਵਿੱਚ ਟਿਕਾਓ ਹੈ। ਪਰ ਮਨਮੁਖ ਬੰਦਾ ਉਹਦੇ ਜੀਵਨ ਵਿੱਚ ਟਿਕਾ ਨਹੀਂ, ਉਹ ਭੱਜਿਆ ਫਿਰਦਾ ਹੈ। ਜਿਵੇਂ ਹਿਰਨ
ਪਿਆਸਾ ਹੋਵੇ ਤੇ ਬੜੀ ਦੌੜ ਲਾਉਂਦਾ ਹੈ। ਇਸੇ ਤਰ੍ਹਾਂ ਮਨਮੁਖ ਵੀ ਤ੍ਰਿਸ਼ਨਾ ਦੇ ਅਧੀਨ ਭੱਜੇ ਫਿਰਦੇ ਗੁਰੂ ਦੇ ਕੋਲ ਆ ਕੇ ਬਹਿ ਵੀ ਜਾਣ ਤੇ ਉਹਨਾਂ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ। ਉਹ ਗੁਰੂ ਦੇ ਕੋਲ ਆ ਕੇ ਬਹਿ ਵੀ ਜਾਣ ਤੇ ਬਾਣੀ ਨੂੰ ਨਹੀਂ ਸੁਣਦੇ, ਕੀਰਤਨ ਨੂੰ ਨਹੀਂ ਸੁਣਦੇ, ਗੁਰੂ ਦਾ ਹੁਕਮ ਨਹੀਂ ਸੁਣਦੇ, ਆਪਣੀਆਂ ਹੀ ਗੱਲਾਂ ਵਿੱਚ ਮਸਤ ਰਹਿੰਦੇ ਨੇ। ਗੁਰੂ ਸਾਹਿਬ ਦੇ ਪਾਵਨ ਬਚਨ ਨੇ। ਮਹਾਰਾਜ ਕਹਿਣ ਲੱਗੇ, ਜਿਨ ਕੇ ਚਿੱਤ ਕਠੋਰ ਹੈ, ਚਿੱਤ ਕਠੋਰ ਜਿਨ੍ਹਾਂ ਦੇ, ਉਹ ਕੀ ਕਰਦੇ ਨੇ? ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ। ਕਹਿੰਦੇ ਉਹ ਸਤਿਗੁਰੂ ਦੇ ਨੇੜੇ ਨਹੀਂ ਬਹਿੰਦੇ, ਸਤਿਗੁਰੂ ਦੇ ਕੋਲ ਹੋ ਕੇ ਨਹੀਂ ਬਹਿੰਦੇ। ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ। ਉਥੇ ਸੱਚ ਵਰਤਦਾ, ਕੂੜਿਆਰਾਂ ਚਿੱਤ ਉਦਾਸ। ਕਹਿੰਦੇ ਗੁਰੂ ਦੀ ਹਜ਼ੂਰੀ ਵਿੱਚ ਸੱਚ ਵਰਤ ਰਿਹਾ ਹੈ, ਗੁਰੂ ਸੱਚ ਸੁਣਾਉਂਦਾ ਹੈ, ਤੇ ਸੱਚ ਨੂੰ ਸੁਣ ਕੇ ਜਿਹੜੇ ਕੂੜੇ ਬੰਦੇ, ਝੂਠੇ ਬੰਦੇ ਨੇ, ਉਹਨਾਂ ਦੇ ਚਿੱਤ ਉਦਾਸ ਹੋ ਜਾਂਦੇ ਨੇ, ਉਹਨਾਂ ਨੂੰ ਸੱਚ ਚੰਗਾ ਹੀ ਨਹੀਂ ਲੱਗਦਾ। ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ। ਉਥੇ ਸੱਚ ਵਰਤਦਾ, ਕੂੜਿਆਰਾਂ ਚਿੱਤ ਉਦਾਸ। ਕਹਿਣ ਲੱਗੇ ਜੇ ਕਿਤੇ ਭੁੱਲ ਭੁਲੇਖੇ ਮਨਮੁਖ ਬੰਦੇ, ਸਾਖਤ ਬੰਦੇ ਸੰਗਤ ਵਿੱਚ ਆ ਕੇ ਬਹਿ ਵੀ ਜਾਣ ਤਾਂ ਕੀ ਕਰਦੇ ਨੇ? ਮਹਾਰਾਜ ਕਹਿੰਦੇ, ਓਏ ਵਾਲ ਛਲ ਕਰ ਝੱਤ ਕੱਢਦੇ। ਝੱਤ ਕੱਢਣ ਤੋਂ ਭਾਵ ਹੈ ਟਾਈਮ ਪਾਸ ਕਰਨਾ। ਤੁਸੀਂ ਵੇਖੋਗੇ ਕਈ ਵਾਰੀ ਸੰਗਤ ਵਿੱਚ ਆ ਕੇ ਬੰਦੇ ਗੁਰੂ ਦੇ ਸਨਮੁਖ ਹੋ ਕੇ ਨਹੀਂ ਬੈਠਦੇ, ਪਿੱਛੇ ਬੈਠ ਜਾਂਦੇ। ਉਹ ਸਿਰ ਜੋੜ ਕੇ ਆਪਸ ਵਿੱਚ ਕੁਸਰ ਮੁਸਰ ਕਰੀ ਜਾਂਦੇ ਨੇ, ਆਪਸ ਵਿੱਚ ਗੱਲਾਂ ਬਾਤਾਂ ਕਰੀ ਜਾਂਦੇ ਨੇ। ਉਹਨਾਂ ਦਾ ਧਿਆਨ ਗੁਰੂ ਕੇ ਸ਼ਬਦ ਵੱਲ ਨਹੀਂ ਹੈ, ਉਹ ਆਪਸ ਵਿੱਚ ਗੱਲਾਂ ਬਾਤਾਂ ਕਰੀ ਜਾਂਦੇ ਨੇ। ਤੇ ਮਹਾਰਾਜ ਕਹਿੰਦੇ, ਓਏ ਵਾਲ ਛਲ ਕਰ ਝੱਤ ਕੱਢਦੇ। ਕਹਿੰਦੇ ਬਹੁਤ ਔਖਾ ਹੋ ਜਾਂਦਾ ਉਹਨਾਂ ਨੂੰ ਟਾਈਮ ਪਾਸ ਕਰਨਾ, ਬੜਾ ਔਖਾ ਹੋ ਜਾਂਦਾ। ਹੁਣ ਆਪਾਂ ਦੇਖਦੇ ਹਾਂ ਸਤ ਸੰਗਤ ਵਿੱਚ ਜਦੋਂ ਐਸਾ ਮਾਹੌਲ ਹੋਵੇ, ਉਹ ਫਿਰ ਆਪ ਵੀ ਕੁਝ ਨਹੀਂ ਸੁਣਦੇ ਤੇ ਜਿਹੜੇ ਕੋਲ ਬੈਠੇ ਨੇ ਉਹਨਾਂ ਦਾ ਧਿਆਨ ਵੀ ਉਹ ਭੰਗ ਕਰ ਦਿੰਦੇ ਨੇ, ਕਿਉਂਕਿ ਉਹਨਾਂ ਦੀ ਬਿਰਤੀ ਮਨਮੁਖਾਂ ਵਾਲੀ ਹੈ, ਉਹਨਾਂ ਤੇ ਟਾਈਮ ਪਾਸ ਕਰਨਾ ਹੈ ਤੇ ਗੁਰਮੁਖਾਂ ਦਾ ਧਿਆਨ ਵੀ ਭੰਗ ਕਰਦੇ ਨੇ। ਰਹਿਤਨਾਮਿਆਂ ਵਿੱਚ ਐਸੇ ਮਨੁੱਖ ਨੂੰ ਵੱਡਾ ਤਨਖਾਹਦਾਰ ਕਿਹਾ ਗਿਆ, ਜਿਹੜਾ ਆਪ ਬਾਣੀ ਨਹੀਂ ਸੁਣਦਾ ਤੇ ਹੋਰਨਾਂ ਦਾ ਧਿਆਨ ਵੀ ਭੰਗ ਕਰਦਾ ਹੈ। ਇਸ ਕਰਕੇ ਸਤ ਸੰਗਤ ਦੇ ਵਿੱਚ ਆ ਕਰਕੇ ਬੜੀ ਇਕਾਗਰਤਾ ਤੇ ਪ੍ਰੇਮ ਨਾਲ ਬੈਠਿਆ ਕਰੋ। ਜਿੰਨਾ ਵੀ ਸਮਾਂ ਬੈਠਣਾ, ਗੱਲਾਂ ਬਾਤਾਂ ਤੋਂ ਗੁਰੇਜ਼ ਕਰੀਏ, ਪਰਹੇਜ਼ ਕਰੀਏ। ਪਰ ਮਨਮੁਖ ਬੰਦੇ ਓਏ ਵਾਲ ਛਲ ਕਰ ਝੱਤ ਕੱਢਦੇ, ਉਹ ਤੇ ਟਾਈਮ ਪਾਸ ਕਰਦੇ ਨੇ ਇੱਧਰ ਉੱਧਰ ਦੀਆਂ ਗੱਲਾਂ ਕਰਕੇ। ਫਿਰ ਜਾਏ ਬਹਿ ਕੂੜਿਆਰਾਂ ਪਾਸ। ਕਹਿੰਦੇ ਮਸਾਂ ਹੀ ਟਾਈਮ ਪਾਸ ਕਰਦੇ ਨੇ। ਜਦੋਂ ਸਮਾਪਤੀ ਹੋਈ ਉਦੋਂ ਹੀ ਉਹ ਫਟਾਫਟ ਉੱਠ ਕੇ ਚਲੇ ਜਾਂਦੇ ਮਨਮੁਖਾਂ ਦੇ ਕੋਲ, ਫਿਰ ਜਾ ਕੇ ਬਹਿੰਦੇ ਨੇ, ਬੜੇ ਖੁਸ਼ ਹੁੰਦੇ ਨੇ। ਫਿਰ ਜਾਏ ਬਹਿ ਕੂੜਿਆਰਾਂ ਪਾਸ। ਵਿੱਚ ਸੱਚੇ ਕੂੜ ਨ ਗੱਡਈ। ਕਹਿੰਦੇ ਸਾਖਤ ਮਨੁੱਖ ਸਚਿਆਰਾਂ ਵਿੱਚ ਰਲ ਨਹੀਂ ਸਕਦੇ। ਸਚਿਆਰ ਮਨੁੱਖ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੇ, ਭਾਵੇਂ ਜਿੰਨੇ ਮਰਜ਼ੀ ਹੋਣ। ਭਗਤ ਕਬੀਰ ਸਾਹਿਬ ਦੇ ਪਾਵਨ ਬਚਨ ਨੇ। ਕਹਿਣ ਲੱਗੇ, ਕਬੀਰ ਸੰਤ ਨਾ ਛੱਡ ਸੰਤਈ, ਜੋ ਕੋਟਕ ਮਿਲੇ ਅਸੰਤ। ਮਲਿਆਗਰ ਭੰਗਮ ਬੇੜਿਓ, ਤਾਂ ਸ਼ੀਤਲਤਾ ਨਾ ਤਜੰਤ। ਕਹਿੰਦੇ ਸਾਖਤ ਬੰਦੇ ਹਜ਼ਾਰਾਂ ਇਕੱਠੇ ਹੋ ਜਾਣ, ਕਿਸੇ ਗੁਰਮੁਖ ਨੂੰ ਬੰਦਗੀ ਕਰਨ ਤੋਂ ਹਟਾ ਨਹੀਂ ਸਕਦੇ, ਉਹਦਾ ਸੁਭਾਅ ਨਹੀਂ ਬਦਲ ਸਕਦੇ। ਬੰਦਗੀ ਕਰਨ ਵਾਲਾ ਗੁਰਮੁਖ, ਭਾਈ ਸਾਹਿਬ ਕਹਿੰਦੇ, ਉਸ ਚੰਦਨ ਦੇ ਛੋਟੇ ਜਿਹੇ ਦਰਖਤ ਵਰਗਾ ਏ, ਜਿਹਨੂੰ ਹਜ਼ਾਰਾਂ ਸੱਪ ਜਿਹੜੇ ਲਿਪਟੇ ਹੋਏ ਨੇ ਆਪਣੀ ਤਪਸ਼ ਮਿਟਾਉਣ ਦੇ ਲਈ, ਪਰ ਉਹਦਾ ਠੰਡਕ ਵਾਲਾ ਸੁਭਾਅ ਨਹੀਂ ਬਦਲਦੇ।
ਉਹ ਆਪਣਾ ਠੰਡਕ ਵਾਲਾ ਸੁਭਾਅ ਜਿਹੜਾ ਚੰਦਨ ਕਾਇਮ ਰੱਖਦਾ ਏ। ਇਸੇ ਤਰ੍ਹਾਂ ਗੁਰਮੁਖ ਵੀ ਗੁਰੂ ਚਰਨਾਂ ਨਾਲ ਜੁੜਿਆ ਰਹਿੰਦਾ ਹੈ। ਤੇ ਮਹਾਰਾਜ ਕਹਿੰਦੇ ਸੰਗਤ ਵਿੱਚ ਆ ਕੇ ਵੀ ਮਨਮੁਖ ਬੰਦੇ ਗੱਲਾਂ ਬਾਤਾਂ ਤੋਂ ਨਹੀਂ ਹਟਦੇ। ਓਏ ਵਲ ਛਲ ਕਰ ਚੱਤ ਕੱਢਦੇ, ਫਿਰ ਜਾਏ ਬਹਿ ਕੂੜਿਆਰਾਂ ਪਾਸ। ਵਿੱਚ ਸੱਚੇ ਕੂੜ ਨ ਗੱਡੀ ਮਨ ਵੇਖੋ ਕੋ ਨਿਰਜਾਸ। ਕੂੜਿਆਰ ਕੁੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਕਹਿੰਦੇ ਕੂੜੇ ਬੰਦੇ, ਸਖਤ ਬੰਦੇ, ਉਹ ਕੂੜੇ ਮਨੁੱਖਾਂ ਦੀ ਸੰਗਤ ਵਿੱਚ ਬੈਠਣਗੇ। ਅਸੰਖ ਕੂੜਿਆਰ ਕੂੜੇ ਫਿਰਾਹੇ, ਉਹ ਕੂੜੇ ਮਨੁੱਖਾਂ ਦੀ ਸੰਗਤ ਵਿੱਚ ਬੈਠਣਗੇ। ਕੂੜੀਆਂ ਝੂਠੀਆਂ ਗੱਲਾਂ ਕਰਨਗੇ। ਉੱਥੇ ਭਾਵੇਂ ਸਾਰੀ ਦਿਹਾੜੀ ਬੈਠੇ ਰਹਿਣ, ਕੋਈ ਫਰਕ ਨਹੀਂ ਪੈਂਦਾ। ਪਰ ਸੰਗਤ ਵਿੱਚ ਆ ਕੇ ਜੇ 10-20 ਮਿੰਟ ਬੈਠਣਾ ਪੈ ਜਾਏ ਤੇ ਉਹਨਾਂ ਕੋਲੋਂ ਉਹ ਟਾਈਮ ਬੜਾ ਔਖਾ ਨਿਕਲਦਾ ਹੈ। ਕੂੜਿਆਰ ਕੁੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਸਚਿਆਰ ਸਿੱਖ ਗੁਰੂ ਕੇ ਚਰਨਾਂ ਵਿੱਚ ਆ ਕੇ ਜੁੜਦੇ ਨੇ। ਮਨਮੁਖ ਸਾਕਤ ਬੰਦੇ ਕੂੜਿਆਂ ਦੀ ਸੰਗਤ ਵਿੱਚ ਜਾ ਕੇ ਖੁਸ਼ ਹੁੰਦੇ ਨੇ। ਇਹ ਹੁਣ ਮਨਮੁਖ ਦੀ ਤੇ ਗੁਰਮੁਖ ਦੀ ਆਪਾਂ ਸਾਂਝ ਪਾਈ ਹੈ। ਮਨਮੁਖ ਦਾ ਜੀਵਨ ਤੇ ਗੁਰਮੁਖ ਦਾ ਜੀਵਨ ਅੰਤਰ ਬਹੁਤ ਹੈ। ਇਹਨਾਂ ਦੋਵਾਂ ਦਾ ਆਪਸ ਵਿੱਚ ਮੇਲ ਕਦਾਚਿਤ ਨਹੀਂ ਹੋ ਸਕਦਾ। ਤੇ ਮਨਮੁਖ ਬੰਦੇ ਦੀਆਂ ਆਦਤਾਂ ਇੰਨੀਆਂ ਪੱਕ ਗਈਆਂ, ਉਹ ਚਾਹ ਕੇ ਵੀ ਆਦਤਾਂ ਹੁਣ ਛੱਡ ਨਹੀਂ ਸਕਦਾ। ਤੇ ਗੁਰਮੁਖ ਦਾ ਸੁਭਾਅ ਵੀ ਇੰਨਾ ਪੱਕਾ ਹੋ ਗਿਆ ਏ, ਉਹ ਵੀ ਹੁਣ ਨੇਮ ਨਾਲ ਗੁਰੂ ਚਰਨਾਂ ਵਿੱਚ ਆਉਂਦਾ ਹੈ। ਇਸ ਕਰਕੇ ਦੋਵਾਂ ਦਾ ਮੇਲ ਕੋਈ ਨਹੀਂ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਵਿਚਾਰ ਅਧੀਨ ਸ਼ਬਦ ਦੇ ਵਿੱਚ ਬਹੁਤ ਸੋਹਣੀਆਂ ਉਦਾਹਰਨਾਂ ਦੇ ਕੇ ਸਮਝਾਇਆ ਹੈ ਕਿ ਆਪਸ ਵਿੱਚ ਮੇਲ ਕੋਈ ਨਹੀਂ ਦੋਵਾਂ ਦਾ। ਸਤਿਗੁਰੂ ਜੀ ਸ਼ਬਦ ਦੇ ਪਹਿਲੇ ਬੰਦ ਵਿੱਚ ਬਖਸ਼ਿਸ਼ ਕਰਦੇ ਨੇ, ਮਨ ਅਸਵਾਰ ਜੈਸੇ ਤੁਰੀ ਸ਼ਿੰਗਾਰੀ। ਤੁਰੀ ਕਹਿੰਦੇ ਘੋੜੀ ਨੂੰ, ਕਹਿੰਦੇ ਘੋੜੀ ਨੂੰ ਸ਼ਿੰਗਾਰ ਕੇ ਉਹਦੇ ਤੇ ਕਾਠੀ ਪਾ ਕੇ ਉਹਨੂੰ ਤਿਆਰ ਕੀਤਾ ਹੈ। ਪਰ ਉਹਦੇ ਤੇ ਬੈਠਣ ਵਾਲਾ ਅਸਵਾਰ ਜਿਹੜਾ ਹੈ ਉਹ ਅਨਾੜੀ ਹੈ, ਉਹਨੇ ਕਦੇ ਘੋੜ ਸਵਾਰੀ ਕੀਤੀ ਨਹੀਂ। ਹੁਣ ਘੋੜੀ ਨੂੰ ਸ਼ਿੰਗਾਰ ਕੇ ਕਾਠੀ ਪਾ ਕੇ ਲਿਆਂਦੀ, ਪਰ ਉਹਦਾ ਜਿਹੜਾ ਅਸਵਾਰ ਹੈ ਅਨਾੜੀ ਹੈ, ਕਦੇ ਘੋੜੀ ਚੜ੍ਹਿਆ ਹੀ ਨਹੀਂ, ਕਦੇ ਉਹਨੇ ਸਵਾਰੀ ਨਹੀਂ ਕੀਤੀ। ਹੁਣ ਉਸ ਅਸਵਾਰ ਦਾ ਤੇ ਘੋੜੀ ਦਾ ਕੋਈ ਮੇਲ ਨਹੀਂ ਹੈ, ਕੋਈ ਮੇਲ ਨਹੀਂ ਬਣ ਸਕਦਾ ਜਿਹੜਾ ਕਦੇ ਘੋੜੀ ਚੜ੍ਹਿਆ ਹੀ ਨਹੀਂ। ਜਿਹਨੇ ਕਦੇ ਅਸਵਾਰੀ ਨਹੀਂ ਕੀਤੀ, ਉਹ ਸ਼ਿੰਗਾਰੀ ਹੋਈ ਕਾਠੀ ਪਾ ਕੇ ਜਿਹੜੀ ਘੋੜੀ ਹੈ ਉਹਦੇ ਤੇ ਬਹਿ ਕੇ ਸਵਾਰੀ ਕਰ ਨਹੀਂ ਸਕਦਾ, ਉਹਦਾ ਕੋਈ ਮੇਲ ਨਹੀਂ ਬਣਦਾ। ਅੱਗੇ ਮਹਾਰਾਜ ਕਹਿੰਦੇ, ਜਿਉਂ ਕਾ ਪੁਰਖ ਪੁਚਾਰੈ ਨਾਰੀ। ਕਾ ਪੁਰਖ ਕਹਿੰਦੇ ਨੇ ਖੁਸਰਾ ਮਨੁੱਖ। ਕਹਿੰਦੇ ਇੱਕ ਖੁਸਰਾ ਕਿਸੇ ਇਸਤਰੀ ਨੂੰ ਪਿਆਰ ਕਰੇ, ਪਰ ਦੋਵਾਂ ਦਾ ਕੋਈ ਮੇਲ ਨਹੀਂ, ਕੋਈ ਮੇਲ ਨਹੀਂ। ਉਹ ਇਸਤਰੀ ਦੀਆਂ ਖਾਹਿਸ਼ਾਂ ਵਾਸ਼ਨਾਵਾਂ ਨੂੰ ਪੂਰੀਆਂ ਨਹੀਂ ਕਰ ਸਕਦਾ। ਇਸ ਕਰਕੇ ਪੁਚਾਰੇ ਦਾ ਅਰਥ ਹੈ ਪੁੱਛ ਪੁੱਛ ਕਰਨਾ ਜਾਂ ਪਿਆਰ ਕਰਨਾ। ਕਹਿੰਦੇ ਇੱਕ ਖੁਸਰੇ ਦਾ ਤੇ ਇਸਤਰੀ ਦਾ ਕੋਈ ਮੇਲ ਨਹੀਂ ਹੈ। ਇਸੇ ਤਰ੍ਹਾਂ ਗੁਰਮੁਖ ਦਾ ਤੇ ਮਨਮੁਖ ਦਾ ਵੀ ਕੋਈ ਮੇਲ ਨਹੀਂ। ਬੈਲ ਕੋ ਨੇਤਰ ਪਾਏ ਦੁਹਾਵੇ। ਬੈਲ ਦਾ ਅਰਥ ਹੈ ਬਲਦ। ਨੇਤਰਾ ਕਹਿੰਦੇ ਉਸ ਰਸੇ ਨੂੰ ਜਿਹੜਾ ਰਸਾ ਗਾਵਾਂ ਨੂੰ ਚੋਣ ਤੋਂ ਪਹਿਲਾਂ ਉਹਨਾਂ ਦੀ ਲੱਤਾਂ ਨੂੰ ਪਾਇਆ ਜਾਂਦਾ ਤਾਂ ਕਿ ਉਹ ਟਿਕ ਕੇ ਖੜੀਆਂ ਰਹਿਣ, ਲੱਤਾਂ ਛੜਾ ਨਾ ਮਾਰਨ। ਕਹਿੰਦੇ ਜੇ ਕੋਈ ਬੰਦਾ ਬਲਦ ਦੀਆਂ ਲੱਤਾਂ ਨੂੰ ਰੱਸਾ ਪਾ ਕੇ ਦੁਹਾਵੇ ਦਾ ਅਰਥ ਚੋਣ ਵਾਸਤੇ ਬਹਿ ਜਾਏ ਤੇ ਕੁਝ ਵੀ ਪ੍ਰਾਪਤੀ ਨਹੀਂ ਹੋਣੀ। ਬਲਦ ਦੇ ਕੋਲੋਂ ਉਹਨੂੰ ਦੁੱਧ ਨਹੀਂ ਮਿਲ ਸਕਦਾ, ਭਾਵੇਂ ਉਹ ਯਤਨ ਵੀ ਕਰੇ। ਕਹਿੰਦੇ ਇਹ ਅਸੰਗਤ ਹੈ, ਇਸ ਕਾਰਜ ਨੂੰ ਕੋਈ ਵੀ ਠੀਕ ਨਹੀਂ ਕਹੇਗਾ। ਕਹਿੰਦੇ ਜਿਵੇਂ ਇਹ ਚੀਜ਼ ਸ਼ੋਭਦੀ ਨਹੀਂ,
ਕੋਈ ਮੇਲ ਨਹੀਂ ਹੈ, ਉਸੇ ਤਰ੍ਹਾਂ ਮਨਮੁਖ ਬੰਦਾ ਤੇ ਸਾਖਤ ਬੰਦੇ ਦਾ ਆਪਸ ਵਿੱਚ ਕੋਈ ਮੇਲ ਨਹੀਂ। ਹਜੂਰ ਨੇ ਅੱਗੇ ਕਿਰਪਾ ਕੀਤੀ, ਗਊ ਚਰ ਸਿੰਘ ਪਾਛੈ ਪਾਵੈ। ਸਿੰਘ ਕਹਿੰਦੇ ਸ਼ੇਰ ਨੂੰ, ਕਹਿੰਦੇ ਕੋਈ ਮਨੁੱਖ ਗਊ ਦੇ ਉੱਪਰ ਅਸਵਾਰ ਹੋ ਕੇ ਸ਼ੇਰ ਦਾ ਪਿੱਛਾ ਕਰੇ, ਸ਼ੇਰ ਨੂੰ ਫੜਨ ਦੀ ਕੋਸ਼ਿਸ਼ ਕਰੇ, ਕਹਿੰਦੇ ਕੋਈ ਮੇਲ ਨਹੀਂ ਹੈ, ਇਹ ਵੀ ਅਣਹੋਣੀ ਗੱਲ ਹੈ, ਇਹਦਾ ਵੀ ਕੋਈ ਜੋੜ ਨਹੀਂ ਆਪਸ ਵਿੱਚ। ਗਾਂ ਤੇ ਸਵਾਰ ਹੋ ਕੇ ਸ਼ੇਰ ਦਾ ਪਿੱਛਾ ਕਰਨਾ, ਕਹਿੰਦੇ ਇਹ ਵੀ ਗੱਲ ਜਿਹੜੀ ਹੈ ਫੱਬਦੀ ਨਹੀਂ, ਸ਼ੋਭਦੀ ਨਹੀਂ, ਠੀਕ ਨਹੀਂ ਹੈ। ਇਸੇ ਤਰ੍ਹਾਂ ਹੀ ਅੱਗੇ ਮਹਾਰਾਜ ਸ਼ਬਦ ਦੇ ਤੀਸਰੇ ਬੰਦ ਵਿੱਚ ਫਿਰ ਕਿਰਪਾ ਕਰਦੇ ਨੇ, ਗਾਡਰ ਲੈ ਕਾਮ ਤੇਨ ਕਰ ਪੂਜੀ। ਕਾਮ ਤੇਨ ਸ਼ਬਦ ਬਾਣੀ ਵਿੱਚ ਬਹੁਤ ਵਾਰੀ ਆਇਆ ਹੈ। ਤੇਨ ਕਹਿੰਦੇ ਨੇ ਗਾਂ ਨੂੰ। ਇੱਕ ਮਿਥਿਹਾਸ ਦੀ ਗਾਥਾ ਆਪਨੇ ਬਹੁਤ ਵਾਰੀ ਸੁਣੀ, ਜਦੋਂ ਦੇਵਤਿਆਂ ਅਤੇ ਦੈਂਤਾਂ ਨੇ ਖੀਰ ਸਮੁੰਦਰ ਦਾ ਮੰਥਨ ਕੀਤਾ ਤੇ ਵਿੱਚੋਂ 14 ਰਤਨ ਨਿਕਲੇ। ਇਹ ਸਾਰਾ ਹੀ ਮਿਥਿਹਾਸ ਹੈ। ਕਹਿੰਦੇ ਉਹਨਾਂ 14 ਰਤਨਾਂ ਵਿੱਚੋਂ ਕਾਮ ਧੇਨ ਵੀ ਨਿਕਲੀ, ਭਾਵ ਇੱਕ ਗਾਂ ਵੀ ਨਿਕਲੀ, ਜਿਹਦੇ ਕੋਲ ਲੋਕ ਖੜ ਕੇ ਜੋ ਵੀ ਮੰਗਦੇ ਸੀ ਉਹ ਮੁਰਾਦ ਮਿਲ ਜਾਂਦੀ ਸੀ। ਐਸੀ ਇੱਕ ਮਿਥਿਆ ਜਿਹੜੀ ਹੈ ਗੱਲ ਪ੍ਰਚਲਿਤ ਹੈ। ਕਾਮ ਧੇਨ, ਕਾਮਨਾਵਾਂ ਪੂਰੀਆਂ ਕਰਨ ਵਾਲੀ। ਹਜੂਰ ਨੇ ਇਸ ਸਾਰੇ ਭਰਮਾਂ ਦੇ ਵਿੱਚੋਂ ਬਾਹਰ ਕੱਢਦਿਆਂ ਸਾਨੂੰ ਆਖਿਆ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇ ਨਾ। ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੇਂ ਮੇਰੇ ਮਨਾ। ਸੁਖਮਨੀ ਸਾਹਿਬ ਦੀ ਪਾਵਨ ਬਾਣੀ ਆਪ ਪੜ੍ਹਦੇ ਹੋ, ਉੱਥੇ ਹਜੂਰ ਨੇ ਆਖਿਆ, ਪਾਰ ਜਾਤ ਹਰ ਕੋ ਨਾਮ। ਸਿੱਖ ਵਾਸਤੇ ਪਾਰ ਜਾਤ ਕੀ ਹੈ? ਹਰੀ ਦਾ ਨਾਮ। ਕਾਮ ਧੇਨ ਇਹ ਹਰ ਗੁਣ ਗਾਮ। ਕਹਿਣ ਲੱਗੇ ਹਰੀ ਦੇ ਗੁਣ ਗਾਉਣੇ ਹੀ ਸਾਡੇ ਵਾਸਤੇ ਕਾਮ ਧੇਨ ਹੈ। ਭਾਵ ਸਾਨੂੰ ਕਿਸੇ ਭੁਲੇਖੇ ਵਿੱਚ ਨਹੀਂ ਰੱਖਿਆ। ਹਜੂਰ ਨੇ ਸਾਰੇ ਭੁਲੇਖੇ ਸਾਡੇ ਦੂਰ ਕਰ ਦਿੱਤੇ। ਪਰ ਜੋ ਪ੍ਰਚਲਿਤ ਵਿਚਾਰਧਾਰਾ ਹੈ ਕਾਮ ਧੇਨ ਦੇ ਬਾਰੇ, ਤੇ ਹੁਣ ਮਹਾਰਾਜ ਇੱਥੇ ਕਹਿ ਰਹੇ ਨੇ, ਗਾਡਰ ਲੈ ਕਾਮ ਧੇਨ ਕਰ ਪੂਜੀ। ਇੱਕ ਪਾਸੇ ਕਾਮ ਧੇਨ ਗਊ ਦੀ ਗੱਲ ਹੈ, ਤੇ ਗਾਡਰ ਕਹਿੰਦੇ ਭੇਡ ਨੂੰ। ਕਹਿੰਦੇ ਜੇ ਕੋਈ ਬੰਦਾ ਭੇਡ ਦੇ ਕੋਲੋਂ ਚਾਹਵੇ ਕੋਈ ਦਾਤ ਮਿਲੇ, ਕਹਿੰਦੇ ਕਾਮ ਧੇਨ ਗਾਂ ਦੇ ਬਾਰੇ ਤੇ ਗੱਲ ਪ੍ਰਚਲਿਤ ਹੈ ਕਿ ਉਹ ਕਾਮਨਾ ਪੂਰੀਆਂ ਕਰਦੀ ਹੈ। ਪਰ ਭੇਡ ਦੇ ਕੋਲ ਖੜ ਕੇ ਜੇ ਕੋਈ ਕਾਮਨਾ ਪੂਰੀਆਂ ਕਰਨੀਆਂ ਚਾਹੇ, ਜੇ ਕੋਈ ਉਹਦੀ ਪੂਜਾ ਕਰੇ ਉਹਨੂੰ ਕਾਮ ਧੇਨ ਸਮਝ ਕੇ, ਤਾਂ ਇਹ ਵੀ ਗੱਲ ਜਿਹੜੀ ਹੈ ਅਜੋੜ ਹੈ। ਇਹ ਵੀ ਗੱਲ ਢੁਕਵੀਂ ਨਹੀਂ, ਇਹ ਗੱਲ ਵੀ ਫੱਬਦੀ ਨਹੀਂ। ਇਸੇ ਤਰ੍ਹਾਂ ਹਜੂਰ ਨੇ ਆਖਿਆ, ਸੌਦੇ ਕਉ ਧਾਵੈ ਬਿਨ ਪੂੰਜੀ। ਜਦੋਂ ਵੀ ਸੌਦਾ ਲੈਣ ਜਾਈਏ ਪਹਿਲਾਂ ਪੂੰਜੀ ਰਾਸ ਜਿਹੜੀ ਹੈ ਉਹ ਲੈ ਕੇ ਤੁਰੀਦਾ ਹੈ। ਜਦੋਂ ਵੀ ਘਰੋਂ ਬਾਹਰ ਨਿਕਲੀਏ ਕੋਈ ਵਸਤੂ ਲੈਣ ਵਾਸਤੇ ਪਹਿਲਾਂ ਜੇਬ ਦੇ ਵਿੱਚ ਪੈਸੇ ਪਾਈਦੇ ਨੇ। ਪਰ ਜੇ ਕੋਈ ਬੰਦਾ ਬਿਨਾਂ ਪੂੰਜੀ ਤੋਂ ਸੌਦਾ ਲੈਣ ਤੁਰ ਜਾਏ, ਇਹ ਵੀ ਗੱਲ ਅਢੁਕਵੀਂ ਹੈ। ਜੇ ਜੇਬ ਦੇ ਵਿੱਚ 4 ਪੈਸੇ ਨਹੀਂ, ਪੂੰਜੀ ਨਹੀਂ, ਤੇ ਕੋਈ ਸੌਦਾ ਵਸਤੂ ਵਿਹਾਜ ਨਹੀਂ ਸਕਦਾ, ਖਰੀਦ ਨਹੀਂ ਸਕਦਾ। ਹੁਣ ਹਜੂਰ ਨੇ ਸਾਰੀਆਂ ਉਦਾਹਰਨਾਂ ਦਿੱਤੀਆਂ ਨੇ। ਇਹ ਸਾਰੀਆਂ ਉਦਾਹਰਨਾਂ ਨੈਗੇਟਿਵ ਨੇ, ਨਾ ਵਾਚਕ ਨੇ। ਜਿਵੇਂ ਇਹਨਾਂ ਦਾ ਕੋਈ ਆਪਸ ਵਿੱਚ ਮੇਲ ਨਹੀਂ, ਉਸੇ ਤਰ੍ਹਾਂ ਹਜੂਰ ਨੇ ਆਖਿਆ ਗੁਰਮੁਖ ਦਾ ਤੇ ਮਨਮੁਖ ਦਾ ਕੋਈ ਆਪਸ ਵਿੱਚ ਮੇਲ ਨਹੀਂ। ਜਿਵੇਂ ਅਣਜਾਣ ਮਨੁੱਖ ਵਾਸਤੇ
ਸ਼ਿੰਗਾਰੀ ਹੋਈ ਘੋੜੀ ਦਾ ਕੋਈ ਮੇਲ ਨਹੀਂ, ਜਿਵੇਂ ਖੁਸਰੇ ਅਤੇ ਇਸਤਰੀ ਦਾ ਕੋਈ ਮੇਲ ਨਹੀਂ। ਜਿਵੇਂ ਬਲਦ ਦੇ ਕੋਲੋਂ ਦੁੱਧ ਨਹੀਂ ਮਿਲਦਾ, ਭਾਵੇਂ ਉਹਨੂੰ ਕੋਈ ਨੇਤਰਾ ਪਾ ਕੇ ਬਹਿ ਜਾਏ, ਜੇ ਕੋਈ ਗਾਂ ਦੇ ਉੱਪਰ ਚੜ੍ਹ ਕੇ ਸ਼ੇਰ ਦਾ ਪਿੱਛਾ ਕਰੇ ਕੋਈ ਮੇਲ ਨਹੀਂ, ਸ਼ੇਰ ਨੂੰ ਫੜ ਨਹੀਂ ਪਾਏਗਾ। ਜਿਵੇਂ ਕੋਈ ਕਾਮ ਧੇਨ ਦੀ ਥਾਵੇਂ ਭੇਡ ਦੀ ਪੂਜਾ ਕਰੇ ਕੋਈ ਮੇਲ ਨਹੀਂ ਬਣਦਾ, ਤੇ ਜਿਵੇਂ ਕੋਈ ਪੂੰਜੀ ਤੋਂ ਬਗੈਰ ਸੌਦਾ ਖਰੀਦਣਾ ਚਾਹੇ, ਇਹ ਵੀ ਕੋਈ ਗੱਲ ਢੁਕਵੀਂ ਨਹੀਂ। ਇਸੇ ਤਰ੍ਹਾਂ ਕੋ ਰੰਗ ਰੱਬ ਦਾ ਪਿਆਰਾ ਤੇ ਬੰਦਗੀ ਵਿੱਚ ਰਤਾ ਹੋਇਆ ਏ, ਪਰ ਸਾਖਤ ਬੰਦਾ ਉਹਦੇ ਅੰਦਰ ਵਾਸ਼ਨਾਵਾਂ ਨੇ, ਕਾਮਨਾਵਾਂ ਨੇ, ਵਿਸ਼ੇ ਵਿਕਾਰਾਂ ਵਿੱਚ ਫਸਿਆ ਹੋਇਆ। ਤੇ ਆਖਰੀ ਬੰਦ ਦੇ ਅੰਦਰ ਹਜੂਰ ਨੇ ਫਿਰ ਕਿਰਪਾ ਕੀਤੀ, ਨਾਨਕ ਰਾਮ ਨਾਮ ਜਪ ਚੀਤ। ਕਹਿਣ ਲੱਗੇ, ਹੇ ਨਾਨਕ, ਉਸ ਵਾਹਿਗੁਰੂ ਦਾ ਨਾਮ ਸਿਮਰਿਆ ਕਰ। ਚੀਤ ਦਾ ਅਰਥ ਹੈ ਚਿੱਤ ਲਾ ਕੇ, ਚਿੱਤ ਦੇ ਵਿੱਚ ਵਸਾ ਲੈ ਉਸ ਨੂੰ। ਸਿਮਰ ਸੁਆਮੀ ਹਰਿ ਸਾ ਮੀਤ। ਮੀਤ ਕਹਿੰਦੇ ਮਿੱਤਰ ਨੂੰ, ਕਹਿੰਦੇ ਦੁਨਿਆਵੀ ਮਿੱਤਰ ਜਿੰਨੇ ਵੀ ਨੇ ਇਹ ਸੁੱਖਾਂ ਦੇ ਵਿੱਚ ਹੀ ਨੇੜੇ ਹੋ ਕੇ ਬਹਿੰਦੇ, ਦੁੱਖਾਂ ਵਿੱਚ ਸਾਥ ਛੱਡ ਦਿੰਦੇ ਨੇ। ਪਰ ਇੱਕ ਹਰੀ ਮਿੱਤਰ ਐਸਾ ਹੈ, ਉਹ ਸਾਰੀਆਂ ਥਾਵਾਂ ਤੇ ਸਾਡਾ ਸਾਥ ਨਿਭਾਉਣ ਵਾਲਾ ਹੈ। ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਗੁਰ ਕਿਰਪਾ ਤੇ ਹਰ ਮਨ ਵਸੈ, ਹੋਰਤ ਬਿਦ ਲਿਆ ਨਾ ਜਾਈ। ਕਹਿੰਦੇ ਉਸ ਹਰੀ ਮਿੱਤਰ ਨੂੰ, ਉਸ ਸੁਆਮੀ ਨੂੰ ਸਿਮਰਿਆ ਕਰ। ਉਹਦੀ ਬੰਦਗੀ ਵਿੱਚ ਜੁੜ ਕੇ ਤੂੰ ਗੁਰਮੁਖ ਬਣ। ਮਨਮੁਖ ਨਹੀਂ ਬਣਨਾ, ਗੁਰਮੁਖ। ਸਾਡੀ ਜਿਹੜੀ ਯਾਤਰਾ ਹੈ ਉਹ ਮਨਮੁਖ ਤੋਂ ਗੁਰਮੁਖ ਵਾਲੇ ਪਾਸੇ ਹੈ। ਪਰ ਬੜਾ ਅਫਸੋਸ ਹੈ ਕਿ ਅਸੀਂ ਇਹ ਯਾਤਰਾ ਕਰ ਨਹੀਂ ਰਹੇ। ਅਜੇ ਅਸੀਂ ਮਨਮੁਖਾਂ ਵਾਲੇ ਕਰਮ ਕਮਾ ਰਹੇ ਹਾਂ। ਤੇ ਮਨਮੁਖ ਦੀ ਵੱਡੀ ਨਿਸ਼ਾਨੀ ਦੱਸੀ ਮਹਾਰਾਜ ਨੇ, ਦੇਂਦੇ ਥਾਵੋਂ ਦਿੱਤਾ ਚੰਗਾ, ਮਨਮੁਖ ਐਸਾ ਜਾਣੀਏ। ਕਹਿੰਦੇ ਦੇਣ ਵਾਲੇ ਨਾਲੋਂ ਦਿੱਤੀਆਂ ਦਾਤਾਂ ਨੂੰ ਜ਼ਿਆਦੀਆਂ ਵੱਡੀਆਂ ਕਰਕੇ ਜਾਣੇ, ਇਹ ਮਨਮੁਖ ਦੀ ਨਿਸ਼ਾਨੀ ਹੈ। ਕਹਿਣ ਲੱਗੇ, ਅਸੀਂ ਮਨਮੁਖ ਤੋਂ ਗੁਰਮੁਖ ਵਾਲੇ ਪਾਸੇ ਦਾ ਸਫ਼ਰ ਤੈਅ ਕਰਨਾ ਗੁਰੂ ਦੀ ਮਿਹਰ ਦੇ ਸਦਕਾ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਹੇ ਭਾਈ, ਰਾਮ ਦਾ ਨਾਮ ਜਪੀਏ, ਉਹਨੂੰ ਚਿੱਤ ਦੇ ਵਿੱਚ ਵਸਾਈਏ। ਉਹੀ ਸਾਡਾ ਅਸਲੀ ਮਿੱਤਰ ਹੈ, ਸਾਡੇ ਨਾਲ ਨਿਭਣ ਵਾਲਾ ਸਾਡਾ ਸਾਥੀ ਹੈ। ਤੇ ਜਿਹੜੇ ਗੁਰਮੁਖ ਨੇ ਉਹ ਜ਼ਿੰਦਗੀ ਦਾ ਲਾਹਾ ਖੱਟ ਕੇ ਸੰਸਾਰ ਤੋਂ ਜਾਂਦੇ ਨੇ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ, ਮੂਲ ਗਵਾਏ ਜੀਓ। ਸਤਿਗੁਰੂ ਰਹਿਮਤ ਕਰਨ, ਕਿਰਪਾ ਕਰਨ, ਸਾਡਾ ਵੀ ਸਾਥ ਗੁਰਮੁਖਾਂ ਦੇ ਨਾਲ ਬਣੇ। ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਸਾਨੂੰ ਵੀ ਨਾਮ ਵਾਲਾ ਰੰਗ ਚੜ੍ਹੇ। ਇਸ ਕਰਕੇ ਇਹੋ ਹੀ ਅਰਦਾਸ ਸਤਿਗੁਰਾਂ ਦੇ ਚਰਨਾਂ ਵਿੱਚ ਕਰੀਏ। ਸਈ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸ਼ਬਦ ਦੀ ਵਿਚਾਰ ਕਰਦਿਆਂ ਇੱਕ ਨਹੀਂ ਅਨੇਕ ਭੁੱਲਾਂ ਹੋ ਜਾਂਦੀਆਂ ਨੇ। ਸਮਰੱਥ ਸਤਿਗੁਰੂ ਅਤੇ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ